सत श्री अकाल दोस्तों, वैलकम टू डोर स्टैप एजुकेशन पॉइंट। उम्मीद मैं यही करूँगा तुसी सब बहुत ही वधिया होने आ। 343 ਲੈਕਚਰਾਰ ਭਰਤੀ कैंसल होने तो बाद 2-3 सवाल ने जी ਜਿਹੜੇ कि स्टूडेंट्स द्वारा ਵਾਰ-ਵਾਰ ਪੁੱਛੇ ਜਾ ਰਹੇ ਆ YouTube ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਕਿ ਨਵੀਂ ਭਰਤੀ ਕਦੋਂ ਆ ਸਕਦੀ ਹੈ, ਯੋਗਤਾ ਦੇ ਵਿੱਚ ਕੀ ਬਦਲਾਅ ਵੇਖਣ ਨੂੰ ਮਿਲ ਸਕਦੇ ਆ। 55% ਵਾਲੀ ਜਿਹੜੀ ਸ਼ਰਤ ਹੈਗੀ ਆ ਜੀ ਇਹ ਤਾਂ ਰਿਮੂਵ ਹੋਣੀ ਹੀ ਹੈ। ਇਸ ਦੇ ਨਾਲ ਨਾਲ ਜਿਹੜੇ ਸਬਜੈਕਟ ਕੰਬੀਨੇਸ਼ਨ ਵਾਲੀ ਗੱਲ ਹੈਗੀ ਆ, ਜਿਵੇਂ ਕਿ ਟੀਚਿੰਗ ਆਫ SST ਵਾਲਾ ਜਿਹੜਾ ਸਟੂਡੈਂਟ ਸੀਗਾ, ਕੈਂਡੀਡੇਟ ਹੈਗਾ ਸੀ, ਉਹ ਇਕਨੋਮਿਕਸ ਦੀ ਜੇਕਰ ਉਹਨੇ MA ਕੀਤੀ ਹੋਈ ਹੈ ਤੇ ਉਹ ਇਕਨੋਮਿਕਸ ਦਾ ਲੈਕਚਰਰ ਨਹੀਂ ਬਣ ਸਕਦਾ ਕਿਉਂਕਿ ਉਹਨੇ ਟੀਚਿੰਗ ਆਫ ਇਕਨੋਮਿਕਸ ਨਹੀਂ ਪੜ੍ਹੀ ਹੋਈ। ਕਿ ਇਹਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਸਕਦਾ। ਐਂਡ ਇੱਕ ਗੱਲ ਹੋਰ ਕਿ ਕਿਹੜੇ ਸਬਜੈਕਟ ਦੀ ਤਿਆਰੀ ਕਰੀਏ, ਜਿਵੇਂ ਕਿ ਕਈ ਵਾਰ ਜਿਹੜੇ ਸਟੂਡੈਂਟਸ ਹੁੰਦੇ ਨੇ ਉਹਨਾਂ ਦਾ ਜਿਹੜਾ ਮੇਨ ਕੰਬੀਨੇਸ਼ਨ ਬਣਦਾ ਹੁੰਦਾ ਮੰਨ ਲਓ ਟੀਚਿੰਗ ਆਫ ਪੰਜਾਬੀ ਦਾ ਤੇ ਟੀਚਿੰਗ ਆਫ SST ਦਾ, ਜਾਂ ਫਿਰ ਟੀਚਿੰਗ ਆਫ ਇਕਨੋਮਿਕਸ ਦਾ, ਟੀਚਿੰਗ ਆਫ ਹਿਸਟਰੀ ਦਾ, ਤੇ ਉਹਨਾਂ ਨੂੰ ਕਿਹੜੇ ਸਬਜੈਕਟ ਦੀ ਤਿਆਰੀ ਕਰਨੀ ਚਾਹੀਦੀ ਹੈ। ਆਲਦੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਇਹ ਬੜਾ ਨਾਰਮਲ ਜਿਹਾ ਕੁਐਸਚਨ ਆ, ਬੇਸਿਕ ਜਿਹਾ ਕੁਐਸਚਨ ਹੈਗਾ ਆ, ਸਾਰਿਆਂ ਨੂੰ ਪਤਾ ਵੀ ਹੁੰਦਾ ਕਿ ਇਹਦਾ ਜਵਾਬ ਕੀ ਹੋਊਗਾ, ਬਟ ਫਿਰ ਵੀ ਕਿਤੇ ਨਾ ਕਿਤੇ ਆਪਣੇ ਦਿਲ ਵਿੱਚ ਇੱਛਾ ਹੁੰਦੀ ਹੈ ਕਿ ਸਾਨੂੰ ਕੋਈ ਦੱਸੇ ਕਿ ਇਹਦੇ ਵਿੱਚ ਸਹੀ ਕੀ ਹੋ ਸਕਦਾ ਆ, ਕਿ ਆਪਾਂ ਨੂੰ ਕਿਹੜੇ ਸਬਜੈਕਟ ਦੀ ਤਿਆਰੀ ਕਰਨੀ ਚਾਹੀਦੀ ਆ। ਸਾਰੀਆਂ ਗੱਲਾਂ ਤੇ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਾਂਗੇ। ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਦਿਓ। ਸ਼ੁਰੂਆਤ ਕਰਦੇ ਹਾਂ। 343 ਲੈਕਚਰਾਰ ਭਰਤੀ ਜਦੋਂ ਕੈਂਸਲ ਹੋ ਗਈ ਸੀ ਤੇ ਸਰਕਾਰ ਨੇ ਕੀ ਕਿਹਾ ਸੀਗਾ, ਲਗਭਗ 2 ਮਹੀਨੇ ਪਹਿਲਾਂ ਹੀ ਜਦੋਂ 343 ਯੂਨੀਅਨ ਦੇ ਜਿਹੜੇ ਕਨਵੀਨਰ ਸੀਗੇ ਜਾਂਦੇ ਸੀਗੇ ਸਿੱਖਿਆ ਮੰਤਰੀ ਕੋਲ, ਮੀਟਿੰਗਾਂ ਕਰਦੇ ਸੀਗੇ, ਜਿਹੜਾ ਵੀ ਉਹਨਾਂ ਦਾ ਪ੍ਰੋਟੈਸਟ ਹੈਗਾ ਸੀ ਕਿ ਜਿਹੜੀ 55% ਵਾਲੀ ਸ਼ਰਤ ਹੈਗੀ ਆ ਰਿਮੂਵ ਕਰੋ। ਸੋ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਠੀਕ ਹੈ, ਆਪਾਂ 343 ਲੈਕਚਰਾਰ ਭਰਤੀ ਨੂੰ ਕੈਂਸਲ ਕਰ ਦਿੰਦੇ ਹਾਂ। ਅਗਲੀ ਵਾਰ ਜਦੋਂ ਵੀ ਭਰਤੀ ਆਊਗੀ ਇਹਦੇ ਵਿੱਚ ਜਿਹੜੀ ਗਿਣਤੀ ਹੋਊਗੀ ਲੈਕਚਰਾਰ ਦੀ ਖਾਲੀ ਵੈਕੈਂਸੀਆਂ ਦੀ ਉਹਨੂੰ ਆਪਾਂ ਵਧਾ ਦਾਂਗੇ। ਮਤਲਬ ਕਿ ਜਿਹੜੀ ਵੈਕੈਂਸੀ ਆਊਗੀ ਆਉਣ ਵਾਲੇ ਟਾਈਮ ਦੇ ਵਿੱਚ, ਜਿਹੜੀਆਂ ਵੈਕੈਂਸੀਜ਼ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਉਹਦੇ ਵਿੱਚ ਗਿਣਤੀ ਜ਼ਿਆਦਾ ਹੋਣੀ ਆ, ਪੋਸਟਾਂ ਜ਼ਿਆਦਾ ਹੋਣਗੀਆਂ। ਇਹਦੇ ਵਿੱਚ ਨੋ ਡਾਊਟ ਇਹ ਗੱਲ ਠੀਕ ਹੈ, ਬਟ ਨਵੀਂ ਭਰਤੀ ਜਦੋਂ ਵੀ ਆਵੇ ਇਹਦੇ ਵਿੱਚ ਜਿਹੜੀ ਯੋਗਤਾ ਹੋਊਗੀ 55% ਵਾਲੀ ਜਿਹੜੀ ਯੋਗਤਾ ਹੈਗੀ ਆ, ਇਹ ਤਾਂ ਰਿਮੂਵ ਇਹਨਾਂ ਨੂੰ ਕਰਨੀ ਹੀ ਪੈਣੀ ਆ। ਈਵਨ ਇਹਨਾਂ ਨੇ ਪਹਿਲਾਂ ਵੀ ਕਿਹਾ ਹੀ ਹੋਇਆ, ਇਸੇ ਗੱਲ 'ਤੇ ਮੇਨ ਜਿਹੜੀ ਭਰਤੀ ਹੈਗੀ ਆ ਜੀ ਕੈਂਸਲ ਹੋਈ ਹੈ। ਕਾਫੀ ਟਾਈਮ ਤੋਂ ਜਿਹੜਾ ਸਿਲਸਿਲਾ ਸੀਗਾ ਜੀ ਇਹ ਚੱਲਦਾ ਆ ਰਿਹਾ ਸੀਗਾ ਕਿ ਪੇਪਰ ਹੋਣਾ ਆ, ਰੋਲ ਨੰਬਰ ਜਾਰੀ ਹੋ ਜਾਂਦੇ ਸੀਗੇ, ਫਿਰ ਐਡਮਿਨਿਸਟ੍ਰੇਟਿਵ ਰੀਜ਼ਨ ਕਰਕੇ ਪੇਪਰ ਕੈਂਸਲ ਕਰ ਦਿੰਦੇ ਸੀਗੇ। ਬਟ ਜਦੋਂ ਇਹ ਪੇਪਰ ਕੈਂਸਲ ਹੋ ਗਿਆ ਤੇ ਆਪਾਂ ਮੰਨ ਕੇ ਚੱਲਦੇ ਹਾਂ 55% ਵਾਲੀ ਜਿਹੜੀ ਸ਼ਰਤ ਹੈਗੀ ਆ ਜੀ ਇਹ ਰਿਮੂਵ ਹੋ ਜਾਣੀ ਆ। ਸੋ ਜਿਨ੍ਹਾਂ ਸਾਥੀਆਂ ਦੇ ਇੰਨੇ ਨੰਬਰ ਨਹੀਂ ਸੀਗੇ, ਘੱਟ ਪ੍ਰਤੀਸ਼ਤ ਬਣਦੇ ਸੀਗੇ, ਉਹ ਵੀ ਇਸ ਪੇਪਰ ਦੀ ਤਿਆਰੀ ਕਰ ਸਕਦੇ ਆ। ਤੁਸੀਂ ਵੇਟ ਨਾ ਕਰੋ ਨਵੀਂ ਭਰਤੀ ਕਦੋਂ ਆਉਣੀ ਆ ਇਹ ਤਾਂ ਸਾਰਿਆਂ ਨੂੰ ਪਤਾ। ਕਦੋਂ ਆਉਣੀ ਆ ਇਹਦਾ ਐਗਜ਼ੈਕਟ ਨਹੀਂ ਦੱਸਿਆ ਜਾ ਸਕਦਾ, ਬਟ ਛੇਤੀ ਵੇਖਣ ਨੂੰ ਮਿਲ ਸਕਦੀ ਹੈ। ਮੰਨ ਲਓ ਸਾਲ ਵੀ ਲੱਗ ਜਾਂਦਾ, ਸਾਲ ਮੈਂ ਭਰਤੀ ਪ੍ਰੋਸੈਸ ਕੰਪਲੀਟ ਹੋਣ ਦੀ ਗੱਲ ਕਰ ਰਿਹਾ, ਬਟ ਉਹਦੇ ਦੌਰਾਨ ਤੁਸੀਂ ਆਪਦੀ ਜਿਹੜੀ ਤਿਆਰੀ ਹੈਗੀ ਸੀ ਉਹ ਪੂਰੀ ਕਰ ਸਕਦੇ ਹੋ। ਐਂਡ ਮੇਨ ਗੱਲ ਆਉਂਦੀ ਆ ਸਬਜੈਕਟ ਕੰਬੀਨੇਸ਼ਨ ਦੀ, ਕਿ ਜਿਹੜਾ ਟੀਚਿੰਗ ਆਫ SST ਵਾਲਾ ਜਿਹੜਾ ਸਟੂਡੈਂਟ ਹੈਗਾ ਆ ਉਹ ਟੀਚਿੰਗ ਆਫ ਇਕਨੋਮਿਕਸ ਦਾ ਲੈਕਚਰਾਰ ਦੇ ਵਿੱਚ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਇਹ ਗੱਲ ਵੀ ਹੈਗੀ ਆ ਕਿ ਇਹ ਚੀਜ਼ ਵੀ ਵੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਆਪਣੇ ਜਿਹੜੇ ਗੁਆਂਢੀ ਸੂਬੇ ਹੈਗੇ ਆ, ਹਰਿਆਣਾ ਹੋ ਗਿਆ, ਈਵਨ ਚੰਡੀਗੜ੍ਹ ਦੇ ਵਿੱਚ ਵੀ PGT ਦੀਆਂ ਹੁਣੇ ਵੈਕੈਂਸੀ ਆਈਆਂ ਸੀਗੀਆਂ। 16 ਤਰੀਕ ਅਪਲਾਈ ਕਰਨ ਦੀ ਲਾਸਟ ਸੀਗੀ, 16 ਨਵੰਬਰ ਦੀ ਮੈਂ ਗੱਲ ਕਰ ਰਿਹਾ। ਉਹਦੇ ਵਿੱਚ ਵੀ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੁੰਦਾ ਕਿ ਤੁਸੀਂ B.Ed ਦੇ ਵਿੱਚ ਟੀਚਿੰਗ ਆਫ ਸਪੈਸੀਫਿਕ ਸਬਜੈਕਟ ਪੜ੍ਹਿਆ ਹੋਵੇ, ਤੁਸੀਂ ਫਿਰ ਹੀ ਐਲੀਜੀਬਲ ਹੈਗੇ ਹੋ ਕਿਸੇ ਲੈਕਚਰਾਰ ਦੇ ਵਿੱਚ। ਜਿਵੇਂ ਕੋਈ ਪਰਸਨ ਹੈ PGT ਇਕਨੋਮਿਕਸ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਆ, ਸੋ ਜ਼ਰੂਰੀ ਥੋੜ੍ਹਾ ਵੀ ਉਹਨੇ ਟੀਚਿੰਗ ਆਫ ਇਕਨੋਮਿਕਸ ਗ੍ਰੈਜੂਏਸ਼ਨ B.Ed ਵਿੱਚ ਪੜ੍ਹਿਆ ਹੋਵੇ ਫਿਰ ਹੀ ਉਹ ਅਪਲਾਈ ਕਰੂਗਾ, ਬਿਲਕੁਲ ਨਹੀਂ। ਮਤਲਬ ਮੈਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਦਿੱਲੀ ਵੇਖ ਲਓ, ਹਰਿਆਣਾ ਵੇਖ ਲਓ, ਕਿਸੇ ਵੀ ਸਟੇਟ ਦੇ ਵਿੱਚ ਸੈਂਟਰ ਲੈਵਲ ਦੀਆਂ ਵੀ ਜਿਹੜੀਆਂ ਪੋਸਟਾਂ ਹੁੰਦੀਆਂ ਕਿਤੇ ਵੀ ਸਬਜੈਕਟ ਕੰਬੀਨੇਸ਼ਨ ਦਾ ਰੌਲਾ ਨਹੀਂ ਪੈਂਦਾ, ਬਟ ਪੰਜਾਬ ਦੇ ਵਿੱਚ ਹੀ ਕਿਉਂ। ਸੋ ਹੋ ਸਕਦਾ ਕਿ ਇਹ ਜਿਹੜੀ ਸ਼ਰਤ ਹੈਗੀ ਆ ਇਹਨੂੰ ਵੀ ਰਿਮੂਵ ਕੀਤਾ ਜਾਵੇ। ਇਸ ਦੇ ਨਾਲ ਜਿਹੜੇ ਸਬਜੈਕਟ ਦੀ ਤਿਆਰੀ ਕਰਨ ਦੀ ਗੱਲ ਆਉਂਦੀ ਹੈ ਕਿ ਆਪਾਂ ਕਿਹੜੇ ਸਬਜੈਕਟ ਦੀ ਤਿਆਰੀ ਕਰੀਏ। ਜਿਵੇਂ ਕਿ ਮੰਨ ਲਓ ਤੁਹਾਡਾ ਸਬਜੈਕਟ ਹੈਗਾ ਸੀ ਪੰਜਾਬੀ ਸਬਜੈਕਟ ਦੀ ਤੁਸੀਂ ਤਿਆਰੀ ਕਰਨੀ ਹੈ, ਜਾਂ ਫਿਰ ਕਹਿ ਲਓ ਕਿ ਕਿਸੇ ਹੋਰ ਲੈਕਚਰਾਰ ਦੀ ਤਿਆਰੀ ਕਰਨੀ ਹੈ, SST ਦੇ ਵਿੱਚ ਇਕਨੋਮਿਕਸ ਜਾਂ ਫਿਰ ਜਿਓਗ੍ਰਾਫੀ ਜਾਂ ਫਿਰ ਪੋਲਿਟੀ, ਜਿਹੜੇ ਵੀ ਸਬਜੈਕਟ ਹੈਗੇ ਨੇ ਤੁਸੀਂ ਕਿਹੜੇ ਸਬਜੈਕਟ ਦੀ ਤਿਆਰੀ ਕਰੋਗੇ। ਸੋ ਇਹਦੇ ਵਿੱਚ ਤੁਸੀਂ ਵੇਖੋ ਕਿ ਪੋਸਟਾਂ ਤੁਹਾਡੇ ਮਨ ਵਿੱਚ ਪਹਿਲਾਂ ਹੀ ਕੁਐਸਚਨ ਆਊਗਾ ਨਾ ਕਿ ਯਾਰ ਫਿਲਹਾਲ ਤਾਂ ਸਾਨੂੰ ਪਤਾ ਨਹੀਂ ਕਿ ਕਿਹੜੇ ਸਬਜੈਕਟ ਦੀਆਂ ਪੋਸਟਾਂ ਜ਼ਿਆਦਾ ਆ ਸਕਦੀਆਂ, ਆਪਾਂ ਉਸ ਅਕੋਰਡਿੰਗ ਹੀ ਤਿਆਰੀ ਕਰਨੀ ਆ। ਸੋ ਮੈਂ ਤੁਹਾਨੂੰ ਹੁਣ ਦੱਸ ਦਿੰਦਾ
ਮੰਨ ਲਓ ਤੁਹਾਡੇ ਕੋਲ 4-5 ਮਹੀਨੇ ਹੈਗੇ ਆ। ਕਿੰਨੇ ਮਹੀਨੇ ਹੈਗੇ ਆ ਜੀ? ਮੰਨ ਲੈਂਦੇ ਆ ਤੁਹਾਡੇ ਕੋਲ 4-5 ਮਹੀਨੇ ਹੈਗੇ ਆ। ਸੋ ਤੁਸੀਂ 4-5 ਮਹੀਨੇ ਤੁਹਾਡੇ ਕੋਲ ਮੰਨ ਲਓ 2 ਸਬਜੈਕਟ ਹੈਗੇ ਆ। ਮੰਨ ਲੈਂਦੇ ਆਪਾਂ ਕਿ ਇੱਕ ਤੁਹਾਡੇ ਕੋਲ ਪੰਜਾਬੀ ਦਾ ਵਿਸ਼ਾ ਹੈਗਾ ਆ, ਪੰਜਾਬੀ ਦੇ ਨਾਲ ਤੁਹਾਡੇ ਕੋਲ ਅਰਥ ਸ਼ਾਸਤਰ ਦਾ ਵਿਸ਼ਾ ਹੈਗਾ ਆ, ਅਰਥ ਸ਼ਾਸਤਰ ਦਾ ਵਿਸ਼ਾ ਆ। ਇਹ 2 ਸਬਜੈਕਟ ਹੈਗੇ ਆ। ਤੁਸੀਂ ਇਹਨਾਂ ਦੋਨਾਂ ਨੂੰ ਟਾਈਮ ਦੇ ਲਓ। ਤੁਹਾਨੂੰ ਲੱਗਦਾ ਆ ਕਿ ਹੁਣ ਮੰਨ ਲਓ ਜਦੋਂ ਵੈਕੈਂਸੀਜ਼ ਆ ਗਈਆਂ ਤੇ ਕੀ ਪਤਾ ਪੰਜਾਬੀ ਦੀਆਂ ਵੈਕੈਂਸੀਜ਼ ਉਸ ਸਿਚੁਏਸ਼ਨ ਦੇ ਵਿੱਚ ਜ਼ਿਆਦਾ ਹੋਣ। ਵੈਸੇ ਚਲੋ ਓਬਵੀਅਸ ਜੀ ਗੱਲ ਹੈਗੀ ਆ, ਅਰਥ ਸ਼ਾਸਤਰ ਤੇ ਪੰਜਾਬੀ ਦੀ ਜਦੋਂ ਗੱਲ ਆਊਗੀ ਪੰਜਾਬੀ ਦੀਆਂ ਵੈਕੈਂਸੀਜ਼ ਜ਼ਿਆਦਾ ਹੀ ਹੋਣਗੀਆਂ। ਬਟ ਤੁਸੀਂ ਸਿਚੁਏਸ਼ਨ ਦੇ ਅਕੋਰਡਿੰਗ ਵੇਖ ਸਕਦੇ ਹੋ ਕਿ ਜਦੋਂ ਵੀ ਵੈਕੈਂਸੀਜ਼ ਆ ਗਈਆਂ 2 ਮਹੀਨੇ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਾਣਾ ਆ। ਸੋ ਤੁਸੀਂ ਫਿਲਹਾਲ ਦੋਨਾਂ ਨੂੰ ਟਾਈਮ ਦਿਓ। ਤੁਸੀਂ ਦੋਨਾਂ ਨੂੰ ਟਾਈਮ ਦਿਓ, ਇਹਨਾਂ ਦੋਨਾਂ ਦੀ ਪੂਰੀ ਤਿਆਰੀ ਕਰੋ। ਬਟ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਪੰਜਾਬੀ ਦੀ ਜਾਂ ਫਿਰ ਅਰਥ ਸ਼ਾਸਤਰ ਦੀਆਂ ਜਾਂ ਫਿਰ ਕਿਸੇ ਹੋਰ ਇਤਿਹਾਸ ਸਬਜੈਕਟ ਦੀਆਂ ਵੈਕੈਂਸੀਜ਼ ਜ਼ਿਆਦਾ ਹੈਗੀਆਂ ਆ, ਸੋ ਤੁਸੀਂ ਉਸ ਸਿਚੁਏਸ਼ਨ ਦੇ ਅਕੋਰਡਿੰਗ ਇੱਕ ਸਪੈਸੀਫਿਕ ਸਬਜੈਕਟ 'ਤੇ ਜ਼ਿਆਦਾ ਧਿਆਨ ਦੇ ਸਕਦੇ ਹੋ। ਹੋਪ ਸੋ ਤੁਸੀਂ ਮੇਰੀਆਂ ਗੱਲਾਂ ਨੂੰ ਸਮਝ ਗਏ ਹੋਣੇ ਆ ਕਿ ਮੈਂ ਸਮਝਾਉਣ ਦੀ ਕੀ ਕੋਸ਼ਿਸ਼ ਕਰ ਰਿਹਾ, ਜਿਹਦੇ ਨਾਲ ਤੁਹਾਡਾ ਟਾਈਮ ਹੋਊਗਾ ਜੀ ਉਹ ਵੀ ਜ਼ਿਆਦਾ ਵੇਸਟ ਨਹੀਂ ਹੋਊਗਾ। ਐਂਡ ਲੈਕਚਰਾਰ ਦੀ ਵੈਕੈਂਸੀਜ਼ ਦੇ ਲਈ ਤੁਹਾਨੂੰ ਪਤਾ ਹੀ ਆ ਪੀਐਸ ਟੈਟ ਦੀ ਕੋਈ ਲੋੜ ਨਹੀਂ ਹੁੰਦੀ। ਸੋ ਜਿਨ੍ਹਾਂ ਸਾਥੀਆਂ ਦੀ ਐਲੀਜੀਬਿਲਟੀ ਬਣਦੀ ਹੈ ਤੁਸੀਂ ਆਪ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਪ੍ਰੋਪਰ ਕਰਦੇ ਰਹੋ। ਨਵੀਂ ਭਰਤੀ ਦੀ ਨੋਟੀਫਿਕੇਸ਼ਨ ਦੀ ਵੇਟ ਖਾਸ ਕਰਕੇ ਨਾ ਕਰੋ, ਕਿਉਂਕਿ ਜਦੋਂ ਨੋਟੀਫਿਕੇਸ਼ਨ ਆ ਜਾਣਾ ਆ ਉਦੋਂ ਤੁਹਾਨੂੰ ਪੜ੍ਹਨ ਦਾ ਸਮਾਂ ਨਹੀਂ ਮਿਲੇਗਾ। ਐਂਡ ਤੁਸੀਂ ਬਿਨਾਂ ਕੁਝ ਸੋਚੇ ਸਮਝੇ, ਮੈਂ ਇਸ ਗੱਲ ਨੂੰ ਵੀ ਸਮਝ ਸਕਦਾ ਕਿ ਆਪਾਂ ਕਿਸੇ ਵੀ ਸਬਜੈਕਟ ਦੀ ਤਿਆਰੀ ਕਰਦੇ ਹਾਂ, ਕਿਸੇ ਵੀ ਪੇਪਰ ਦੀ ਤਿਆਰੀ ਕਰਦੇ ਹਾਂ, ਜਦੋਂ ਤੱਕ ਨੋਟੀਫਿਕੇਸ਼ਨ ਨਾ ਆਵੇ ਆਪਣਾ ਜਿਹੜਾ ਕੰਸਨਟ੍ਰੇਸ਼ਨ ਹੈਗਾ ਆ ਆਪਾਂ ਚੰਗੇ ਤਰੀਕੇ ਨਾਲ ਨਹੀਂ ਲਗਾ ਪਾਉਂਦੇ ਕਿਸੇ ਵੀ ਸਬਜੈਕਟ ਦੇ ਵਿੱਚ। ਬਟ ਫਿਰ ਵੀ ਤੁਹਾਨੂੰ ਮਨ ਮਾਰ ਕੇ ਕਹਿ ਲਓ, ਜਿਵੇਂ ਵੀ ਤੁਹਾਨੂੰ ਆਪ ਦਾ ਮਨ ਲਗਾਉਣਾ ਪੈਣਾ ਆ ਇਹਨਾਂ ਪੇਪਰਾਂ ਦੀ ਤਿਆਰੀ ਕਰਨ ਦੇ ਵਿੱਚ। ਇਹ ਨਾ ਵੇਖੋ ਕਿ ਮੇਰਾ ਸਬਜੈਕਟ ਕੰਬੀਨੇਸ਼ਨ ਬਣ ਰਿਹਾ ਜਾਂ ਨਹੀਂ ਬਣ ਰਿਹਾ। ਐਗਜ਼ੈਕਟ ਗੱਲਾਂ ਤਾਂ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਕਲੀਅਰ ਹੋ ਸਕਦੀਆਂ ਨੇ। ਸੋ ਤੁਹਾਡੇ ਹਿੱਤ ਵਿੱਚ ਹੀ ਹੈਗਾ ਆ ਜੇ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਤੁਸੀਂ ਆਪ ਦੇ ਸਬਜੈਕਟ ਦੇ ਵਿੱਚ ਆਪ ਦਾ ਕੰਸਨਟ੍ਰੇਸ਼ਨ ਬਣਾਓ। ਠੀਕ ਹੈ ਜੀ। ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬਲੈਸ ਯੂ ਆਲ।